ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਉੱਤੇ। ਆਪਾਂ ਇੰਗਲਿਸ਼ ਦੇ ਰਿਲੇਟਡ ਕਾਫੀ ਕਨਸੈਪਟਸ ਕਲੀਅਰ ਕਰ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਵਿੱਚ ਵੀ ਇੱਕ ਕਾਫੀ ਇੰਟਰਸਟਿੰਗ ਕਨਸੈਪਟ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਅੱਜ ਦਾ ਟੌਪਿਕ ਹੈ ਆਪਣਾ ਮੋਡਲ ਵਰਬਸ ਬਾਰੇ ਤੇ ਇਹਦੇ ਸਪੈਲਿੰਗ MODEL ਵੀ ਹੋ ਸਕਦੇ ਹੈ ਤੇ MOGAL ਵੀ ਹੋ ਸਕਦੇ ਹੈ। ਠੀਕ ਹੈ, ਦੋਨੋਂ ਕਰੈਕਟ ਨੇ। ਮੋਡਲ ਵਰਬ ਹੁੰਦੀ ਕੀ ਹੈ? ਮੋਡਲ ਵਰਬ ਇੱਕ ਕਿਸਮ ਦੀ ਕਿਰਿਆ ਹੈ ਜੋ ਕੀ ਐਕਸਪ੍ਰੈਸ ਕਰਦੀ ਹੈ? ਰੇਂਜ ਆਫ ਮੀਨਿੰਗਸ, ਮੀਨਸ ਬਹੁਤ ਸਾਰੇ ਅਰਥਾਂ ਨੂੰ ਦਰਸਾਉਂਦੀ ਹੈ। ਇਹ ਵਾਲੇ ਵਰਬ ਨੇ ਜੋ ਇਹ ਅਬਿਲਿਟੀ ਵੀ ਸ਼ੋ ਕਰਦੇ ਹੈ। ਅਬਿਲਿਟੀ ਕੀ ਹੁੰਦੀ ਹੈ? ਯੋਗਤਾ। ਠੀਕ ਹੈ, ਪਰਮਿਸ਼ਨ ਵੀ ਸ਼ੋ ਕਰਦੇ ਹੈ ਐਂਡ ਪੋਸੀਬਿਲਿਟੀ ਵੀ ਸ਼ੋ ਕਰਦੇ ਹੈ। ਠੀਕ ਹੈ, ਕਿਸੇ ਚੀਜ਼ ਦੀ ਸੰਭਾਵਨਾ ਵੀ ਸ਼ੋ ਕਰਦੇ ਹੈ। ਹੁਣ ਕਾਮਨ ਐਗਜ਼ਾਮਪਲਸ ਆਪਣੇ ਕੋਲ ਮੋਡਲ ਵਰਬਸ ਦੀ ਆਪਾਂ ਜੋ ਕਿ ਯੂਜ਼ ਕਰਦੇ ਹਾਂ ਆਪਣੀ ਸਪੀਕਿੰਗ ਦੇ ਵਿੱਚ ਤੇ ਰਾਈਟਿੰਗ ਦੇ ਵਿੱਚ, ਉਹਨਾਂ ਦੇ ਵਿੱਚ ਕੈਨ, ਕੁਡ, ਵਿਲ, ਵੁੱਡ, ਸ਼ੁੱਡ, may, might, must and ought to, OUGHT, ought to। ਠੀਕ ਹੈ, ਇਹ ਸਾਰੀਆਂ ਆਪਣੀਆਂ ਮੋਡਲ ਵਰਬਸ ਨੇ। ਠੀਕ ਹੈ, ਚਲੋ ਹੁਣ ਅੱਗੇ ਸਮਝਦੇ ਹਾਂ ਆਪਾਂ ਮੋਸਟ ਕਨਫਿਊਜ਼ਿੰਗ ਫੈਕਟਰ ਕੀ ਹੈ। ਸਟੂਡੈਂਟਸ ਕਿਸ ਚੀਜ਼ ਵਿੱਚ ਕਨਫਿਊਜ਼ ਹੁੰਦੇ ਆ? may, might ਤੇ must ਦੇ ਯੂਜ਼ ਨੂੰ ਲੈ ਕੇ। ਠੀਕ ਹੈ, may, might ਐਂਡ must ਦੇ ਯੂਜ਼ ਨੂੰ ਲੈ ਕੇ। ਹੁਣ ਜਿਹੜੇ ਆਹ ਦੋ ਵਰਡ ਨੇ may ਅਤੇ might, ਇਹਨਾਂ ਦੋਨੋਂ ਵਰਡਸ ਦਾ ਇੱਕ ਹੀ ਮੀਨਿੰਗ ਹੈ, ਹੋ ਸਕਦਾ ਹੈ। may ਤੇ might ਦਾ ਮਤਲਬ ਹੈ ਹੋ ਸਕਦਾ ਹੈ, ਸ਼ਾਇਦ, ਹਨਾ। ਬਟ ਜਿਹੜਾ may ਹੈ ਉਹ ਆਪਾਂ ਪੋਜ਼ਿਟਿਵ ਸਿਚੁਏਸ਼ਨ ਲਈ ਯੂਜ਼ ਕਰਾਂਗੇ ਤੇ ਜਿਹੜਾ might ਵਰਡ ਹੈ ਉਹ ਆਪਾਂ ਨੈਗੇਟਿਵ ਸਿਚੁਏਸ਼ਨ ਲਈ ਯੂਜ਼ ਕਰਾਂਗੇ। ਜਿਵੇਂ ਕਿ ਪੋਜ਼ਿਟਿਵ ਸਿਚੁਏਸ਼ਨ 'ਚ ਕੁਝ ਕਹਿਣਾ ਹੋਵੇ, ਇਹ ਕੰਮ ਹੋ ਸਕਦਾ ਹੈ ਪੋਜ਼ਿਟਿਵ ਵੇ 'ਚ। ਠੀਕ ਹੈ, ਬਟ ਜੇ ਆਪਾਂ ਨੂੰ ਲੱਗਦਾ ਕਿਤੇ ਨਾ ਕਿਤੇ ਵੀ ਸ਼ਾਇਦ ਹੀ ਹੋ ਸਕਦਾ ਹੈ ਨਾ, ਪੱਕਾ ਨਹੀਂ ਹੈਗਾ ਬਟ ਹੋ ਸਕਦਾ ਹੈ, ਬਟ ਉਹ ਸਿਚੁਏਸ਼ਨ ਨੈਗੇਟਿਵ ਹੈ, ਠੀਕ ਹੈ, ਤਾਂ ਮਾਈਟ ਵਰਡ ਯੂਜ਼ ਕਰਾਂਗੇ। ਬਟ ਇਹਨਾਂ ਦੀ ਹੋਰ ਜ਼ਿਆਦਾ ਕਲੈਰੀਫਿਕੇਸ਼ਨ ਆਪਾਂ ਅੱਗੇ ਦੀ ਵੀਡੀਓ 'ਚ ਕਰਾਂਗੇ। ਅਤੇ ਜਿਹੜਾ ਮਸਟ ਵਰਡ ਹੈ, ਥਰਡ ਵਰਡ ਕੀ ਹੈ ਆਪਣਾ? ਮਸਟ। ਮਸਟ ਵਰਡ ਹੈ ਮੀਨਸ ਪੱਕਾ। ਆਪਾਂ 100 ਤੋਂ ਵੀ 200% ਕਹਿ ਸਕਦੇ ਹਾਂ ਕਿ 200% ਪੱਕਾ ਜੋ ਹੋਣਾ ਹੀ ਹੋਣਾ ਹੈ, ਮਸਟ। ਠੀਕ ਹੈ, ਚਲੋ ਹੁਣ ਅੱਗੇ ਕਰਦੇ ਹਾਂ ਆਪਾਂ ਤੇ ਸਮਝਦੇ ਹਾਂ ਕਿ ਇਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰਾਂਗੇ ਵਿਦ ਡਿਫਰੈਂਟ ਟਾਈਪਸ ਆਫ ਐਗਜ਼ਾਮਪਲਸ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ may ਦੀ ਕਲੈਰਿਟੀ ਕਰਾਂਗੇ ਵੀ may ਕਿੱਥੇ ਤੇ ਕਿਵੇਂ ਯੂਜ਼ ਹੋਊਗਾ। ਇਟ ਇੰਡੀਕੇਟਸ ਪੋਸੀਬਿਲਿਟੀ ਔਰ ਪਰਮਿਸ਼ਨ। ਇਟ ਮੀਨਸ ਕਿ ਜਿਹੜਾ may ਵਰਡ ਹੈ ਉਹ ਕੀ ਸ਼ੋ ਕਰਦਾ, ਕੀ ਇੰਡੀਕੇਟ ਕਰਦਾ? ਪੋਸੀਬਿਲਿਟੀ ਤੇ ਪਰਮਿਸ਼ਨ ਨੂੰ। ਪੋਸੀਬਿਲਿਟੀ ਮੀਨਸ ਕੁਝ ਵੀ ਹੋ ਸਕਦਾ, ਕੁਝ ਪੋਸੀਬਲ ਹੈ, ਅਤੇ ਪਰਮਿਸ਼ਨ ਮੀਨਸ ਕੋਈ ਆਗਿਆ। ਠੀਕ ਹੈ, ਮੀਨਸ ਪਰਮਿਸ਼ਨ ਲੈਣੀ। ਠੀਕ ਹੈ, ਜਿਵੇਂ ਕਿ may I come in, may I go out। ਠੀਕ ਹੈ, ਇਟ ਇਜ਼ ਆਲਸੋ ਯੂਜ਼ਡ ਟੂ ਐਕਸਪ੍ਰੈਸ ਕਰਨੇ ਵਿਸ਼ੇਸ ਨੂੰ, ਹੋਪਸ ਨੂੰ ਤੇ ਡਿਜ਼ਾਇਰਸ ਨੂੰ। ਠੀਕ ਹੈ, ਐਕਸਪ੍ਰੈਸ ਕਰਨਾ, ਜਿਵੇਂ ਕਿ ਵਿਸ਼ ਦੇਣੀ ਆਪਾਂ ਨੇ may you live a long life। ਠੀਕ ਹੈ, ਕੋਈ ਉਮੀਦ, ਕੋਈ ਡਿਜ਼ਾਇਰ, ਠੀਕ ਹੈ, ਕੋਈ ਇੱਛਾ। It is often used to express uncertainty or doubt in a polite manner। means ਕੋਈ ਵੀ ਡਾਊਟ, ਠੀਕ ਹੈ, ਕੋਈ ਵੀ ਜੋ ਚੀਜ਼ ਨਿਸ਼ਚਿਤ ਨਹੀਂ ਹੈਗੀ ਉਹਨੂੰ ਪੋਲਾਈਟ ਮੈਨਰ ਦੇ ਵਿੱਚ ਦੱਸਣ ਲਈ ਵੀ ਆਪਾਂ may ਦਾ ਯੂਜ਼ ਕਰਦੇ ਹਾਂ। It can be used to express both present and future। ਠੀਕ ਹੈ, ਕੋਈ ਫਿਊਚਰ ਦੀ ਗੱਲ ਜਾਂ ਫਿਰ ਕੋਈ ਪ੍ਰੈਜ਼ੈਂਟ ਦੀ ਗੱਲ ਵੀ ਆਪਾਂ may ਨੂੰ ਯੂਜ਼ ਕਰਕੇ ਈਜ਼ੀਲੀ ਡਿਸਕ੍ਰਾਈਬ ਕਰ ਸਕਦੇ ਹਾਂ। ਚਲੋ ਇਹਨਾਂ ਨੂੰ ਹੁਣ 1 by 1 ਮੈਂ ਪਹਿਲਾਂ ਇਸ ਬਾਰੇ ਦੱਸਾਂਗੀ ਕਿ ਆਪਾਂ ਪੋਸੀਬਿਲਿਟੀ ਤੇ ਪਰਮਿਸ਼ਨ 'ਚ may ਕਿਵੇਂ ਯੂਜ਼ ਕਰ ਸਕਦੇ ਹਾਂ। ਫਿਰ ਮੈਂ ਤੁਹਾਨੂੰ ਕਰਾਵਾਂਗੀ ਕਿ ਵਿਸ਼ੇਸ, ਹੋਪਸ, ਡਿਜ਼ਾਇਰਸ ਦੇ ਵਿੱਚ ਆਪਾਂ may ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਡਾਊਟਸ, ਅਨਸਰਟਨਿਟੀ ਬਾਰੇ ਗੱਲ ਕਰਾਂਗੇ ਕਿ ਉਹਨੂੰ ਪੋਲਾਈਟ ਮੈਨਰ ਦੇ ਵਿੱਚ ਕਿਵੇਂ ਯੂਜ਼ ਕਰਦੇ ਹਾਂ may ਵਰਡ ਯੂਜ਼ ਕਰਕੇ। ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ may ਦਾ ਯੂਜ਼ ਆਪਾਂ ਪ੍ਰੈਜ਼ੈਂਟ ਅਤੇ ਫਿਊਚਰ ਦੋਨਾਂ ਲਈ ਕਿਵੇਂ ਯੂਜ਼ ਕਰ ਸਕਦੇ ਹਾਂ। ਓਕੇ, ਹੁਣ ਦੇਖੋ ਪੋਸੀਬਿਲਿਟੀ ਦੀ ਐਗਜ਼ਾਮਪਲ। ਠੀਕ ਹੈ, ਕਿ ਪੋਸੀਬਿਲਿਟੀ ਦੇ ਵਿੱਚ ਆਪਾਂ may ਵਰਡ ਕਿਵੇਂ ਯੂਜ਼ ਕਰਾਂਗੇ। ਓਕੇ, ਆ ਸੈਂਟੈਂਸ ਦੇਖੋ। I may go to the party tonight if I finish my work on time। means ਜੇ ਮੈਂ ਆਪਣਾ ਕੰਮ ਸਮੇਂ ਸਿਰ ਪੂਰਾ ਕਰ ਲਵਾਂ ਤਾਂ ਮੈਂ ਅੱਜ ਰਾਤ ਪਾਰਟੀ ਵਿੱਚ ਜਾ ਸਕਦੀ ਹਾਂ। ਮੀਨਸ ਇੱਕ ਪੋਸੀਬਿਲਿਟੀ ਸ਼ੋ ਕੀਤੀ ਹੋਈ ਹੈ ਕਿ ਹਾਂਜੀ ਮੈਂ ਜਾ ਸਕਦੀ ਹਾਂ ਪਾਰਟੀ ਤੇ, ਜੇ ਮੈਂ ਆਪਣਾ ਕੰਮ ਟਾਈਮ ਤੇ ਪੂਰਾ ਕਰ ਲਵਾਂ। ਸੋ ਪੋਸੀਬਿਲਿਟੀ ਲਈ ਆਪਾਂ ਪੋਜ਼ਿਟਿਵ ਮੈਨਰ 'ਚ ਕੀਵਰਡ ਯੂਜ਼ ਕੀਤਾ ਇੱਥੇ may। So in this case there is a possibility that the person will attend the party।
ਮੀਨਸ ਇਸ ਕੇਸ ਦੇ ਵਿੱਚ ਪੋਸਿਬਿਲਿਟੀ ਹੈ ਕਿ ਜੋ ਪਰਸਨ ਹੈ ਉਹ ਪਾਰਟੀ ਅਟੈਂਡ ਕਰ ਸਕਦਾ ਹੈ, ਮੀਨਸ ਪੋਜ਼ਿਟਿਵ ਵੇ ਆ। ਸੋ ਆਪਾਂ ਨੇ ਕੀ ਯੂਜ਼ ਕੀਤਾ ਇਹਦੇ ਵਿੱਚ, ਮੇ। ਕਲੀਅਰ। ਹੁਣ ਨੈਕਸਟ ਐਗਜ਼ਾਮਪਲ ਹੈਗੀ ਆਪਣੀ ਪਰਮਿਸ਼ਨ ਦੀ। ਪਰਮਿਸ਼ਨ ਦੀ ਐਗਜ਼ਾਮਪਲ ਲਈ ਆਪਾਂ ਮੇ ਵਰਡ ਕਿਵੇਂ ਯੂਜ਼ ਕਰਾਂਗੇ। ਸੀ ਦਿਸ ਸੈਂਟੈਂਸ, ਇਹ ਸੈਂਟੈਂਸ ਦੇਖੋ, ਮੇ ਆਈ ਬੋਰੋ ਯੂਰ ਪੈਨ, ਕੀ ਮੈਂ ਤੁਹਾਡਾ ਪੈਨ ਲੈ ਸਕਦੀ ਹਾਂ। ਠੀਕ ਹੈ, ਆਪਾਂ ਪਰਮਿਸ਼ਨ ਲੈ ਰਹੇ ਹਾਂ ਇੱਕ ਪੋਜ਼ਿਟਿਵ ਮੈਨਰ ਚ, ਕੀ ਮੈਂ ਤੁਹਾਡਾ ਪੈਨ ਲੈ ਸਕਦੀ ਹਾਂ। ਇਨ ਦਿਸ ਕੇਸ ਇਟ ਇਜ਼ ਅ ਪੋਲਾਈਟ ਵੇ ਆਫ ਆਸਕਿੰਗ ਫॉर ਪਰਮਿਸ਼ਨ। ਠੀਕ ਹੈ, ਸੋ ਇੱਕ ਪੋਲਾਈਟ ਮੈਨਰ ਦੇ ਵਿੱਚ ਆਪਾਂ ਪਰਮਿਸ਼ਨ ਮੰਗ ਰਹੇ ਹਾਂ ਕਿਸੇ ਤੋਂ ਪੈਨ ਲੈਣ ਦੀ। ਠੀਕ ਹੈ, ਓਕੇ। ਅੱਗੇ ਕਰਨ ਤੋਂ ਪਹਿਲਾਂ ਮੈਂ ਦੋ ਸੈਂਟੈਂਸ ਲਿਖ ਰਹੀ ਹਾਂ ਇੱਥੇ, ਮੇ ਆਈ ਕਮ ਇਨ, ਕੈਨ ਆਈ ਕਮ ਇਨ। ਠੀਕ ਹੈ, ਹੁਣ ਇੱਕ ਸਟੂਡੈਂਟ ਉਹਨੂੰ ਕਲਾਸ ਚ ਐਂਟਰ ਹੋਣਾ ਤਾਂ ਉਹ ਕੀ ਕਹੂਗਾ, ਮੇ ਆਈ ਕਮ ਇਨ ਜਾਂ ਕੈਨ ਆਈ ਕਮ ਇਨ। ਕਾਫੀ ਬੱਚੇ ਮੇ ਆਈ ਕਮ ਇਨ ਕਹਿੰਦੇ ਆ ਤੇ ਕਾਫੀ ਬੱਚੇ ਕੈਨ ਆਈ ਕਮ ਇਨ ਕਹਿੰਦੇ ਆ, ਹਨਾ। ਤੇ ਐਵੇਂ ਸਮਝਦੇ ਆ ਬੱਚੇ ਕਿ ਦੋਨੋਂ ਸਹੀ ਨੇ, ਬਟ ਮੇ ਆਈ ਕਮ ਇਨ ਸਹੀ ਹੈ ਤੇ ਕੈਨ ਆਈ ਕਮ ਇਨ ਬਿਲਕੁਲ ਗਲਤ ਹੈ। ਕਿਉਂਕਿ ਮੇ ਹੈ ਜਿਹੜਾ ਉਹ ਕੀ ਸ਼ੋ ਕਰ ਰਿਹਾ ਹੈ, ਪਰਮਿਸ਼ਨ, ਬਟ ਕੈਨ ਵਰਡ ਹੈ ਜੋ ਉਹ ਅਬਿਲਿਟੀ ਸ਼ੋ ਕਰ ਰਿਹਾ ਹੈ, ਯੋਗਤਾ ਸ਼ੋ ਕਰ ਰਿਹਾ ਹੈ। ਸੋ ਆਪਾਂ ਨੂੰ ਕਲਾਸ ਚ ਐਂਟਰ ਹੋਣ ਲਈ ਅਬਿਲਿਟੀ ਦੀ ਜ਼ਰੂਰਤ ਨਹੀਂ ਹੁੰਦੀ, ਪਰਮਿਸ਼ਨ ਦੀ ਜ਼ਰੂਰਤ ਹੁੰਦੀ ਹੈ। ਓਕੇ, ਦੇਖੋ ਮੇ ਵਰਸਸ ਕੈਨ, ਮੇ ਤੇ ਕੈਨ ਦਾ ਡਿਫਰੈਂਸ। ਮੇ ਇਜ਼ ਯੂਜ਼ਡ ਟੂ ਆਸਕ ਫॉर ਪਰਮਿਸ਼ਨ। ਮੇ ਕਦੇ ਲਈ ਯੂਜ਼ ਹੁੰਦਾ, ਟੂ ਆਸਕ ਫॉर ਪਰਮਿਸ਼ਨ, ਪਰਮਿਸ਼ਨ ਲਈ, ਆਗੇ ਲਈ। ਤੇ ਕੈਨ ਕਿਸ ਚੀਜ਼ ਤੇ ਫੋਕਸ ਕਰਦਾ ਹੈ, ਅਬਿਲਿਟੀ ਤੇ, ਯੋਗਤਾ ਤੇ। ਜਿਵੇਂ ਕਿ ਪਹਿਲੀ ਐਗਜ਼ਾਮਪਲ ਦੇਖੋ ਮੇ ਵਾਲੀ, ਮੇ ਕਮ ਇਨ, ਕਿ ਮੈਂ ਅੰਦਰ ਆ ਸਕਦਾ ਹਾਂ, ਪਰਮਿਸ਼ਨ। ਠੀਕ ਹੈ, ਮੇ ਆਈ ਲੀਵ ਦ ਰੂਮ, ਕਿ ਮੈਂ ਜਾ ਸਕਦਾ ਹਾਂ, ਪਰਮਿਸ਼ਨ ਹੈ ਉਹ। ਬਟ ਕੈਨ ਵਾਲੀ ਐਗਜ਼ਾਮਪਲਸ ਦੇਖੋ, ਕੈਨ ਯੂ ਸਵਿਮ, ਕੀ ਤੁਸੀਂ ਸਵਿਮ ਕਰ ਸਕਦੇ ਹੋ, ਕਿ ਤੁਹਾਡੇ ਚ ਅਬਿਲਿਟੀ ਹੈ, ਯੋਗਤਾ ਹੈ ਕਿ ਤੁਹਾਨੂੰ ਸਵਿਮਿੰਗ ਆਂਦੀ ਹੈ, ਕਿ ਤੁਸੀਂ ਸਵਿਮ ਕਰ ਸਕਦੇ ਹੋ। ਠੀਕ ਹੈ, ਇੱਥੇ ਪਰਮਿਸ਼ਨ ਦੀ ਗੱਲ ਨਹੀਂ ਹੋ ਰਹੀ, ਇੱਥੇ ਆਪਾਂ ਮੇ ਨਹੀਂ ਯੂਜ਼ ਕਰਾਂਗੇ, ਅਬਿਲਿਟੀ ਲਈ ਆਪਾਂ ਕੈਨ ਯੂਜ਼ ਕਰਾਂਗੇ। ਐਵੇਂ ਸੈਕਿੰਡ ਐਗਜ਼ਾਮਪਲ, ਕੈਨ ਯੂ ਕੰਪਲੀਟ ਦ ਟਾਸਕ, ਕਿ ਤੁਸੀਂ ਕੰਮ ਕੰਪਲੀਟ ਕਰ ਸਕਦੇ ਹੋ। ਅਗੇਨ ਮੀਨਸ ਕਿ ਤੁਹਾਡੇ ਚ ਅਬਿਲਿਟੀ ਹੈ, ਤੁਹਾਡੇ ਚ ਯੋਗਤਾ ਹੈ ਇਹ ਕੰਮ ਕੰਪਲੀਟ ਕਰਨ ਦੀ। ਕੈਨ ਯੂ ਕੰਪਲੀਟ ਦ ਟਾਸਕ। ਸੋ ਦਿਮਾਗ ਚ ਰੱਖਿਓ, ਮੇ ਯੂਜ਼ ਹੁੰਦਾ ਪਰਮਿਸ਼ਨ ਲਈ ਤੇ ਕੈਨ ਯੂਜ਼ ਹੁੰਦਾ ਅਬਿਲਿਟੀ ਲਈ। ਇਹ ਸੇਮ ਨਹੀਂ ਹੈਗੇ, ਇਹਨਾਂ ਚ ਬਹੁਤ ਵੱਡਾ ਡਿਫਰੈਂਸ ਹੈ। ਓਕੇ, ਨੈਕਸਟ ਆਪਾਂ ਮੇ ਯੂਜ਼ ਕਰਾਂਗੇ ਵਿਸ਼ੇਸ ਲਈ, ਹੋਪਸ ਲਈ ਤੇ ਡਿਜ਼ਾਇਰਸ ਲਈ। ਠੀਕ ਹੈ, ਮੇ ਯੂਰ ਡ੍ਰੀਮਸ ਕਮ ਟਰੂ, ਮੀਨਸ ਤੁਹਾਡੇ ਸੁਪਨੇ ਸਾਕਾਰ ਹੋਣ। ਇਨ ਦਿਸ ਕੇਸ ਇਟਸ ਅ ਵਿਸ਼ ਔਰ ਬਲੇਸਿੰਗ ਫॉर ਸਮਵਨਸ ਡ੍ਰੀਮਸ। ਇਹਦੇ ਵਿੱਚ ਆਪਾਂ ਵਿਸ਼ ਦੇ ਰਹੇ ਹਾਂ, ਠੀਕ ਹੈ, ਬਲੇਸਿੰਗ ਦੇ ਰਹੇ ਹਾਂ ਵੀ ਕਿਸੇ ਦੇ ਸੁਪਨੇ ਪੂਰੇ ਹੋਣ। ਮੇ ਯੂਰ ਡ੍ਰੀਮਸ ਕਮ ਟਰੂ, ਸੋ ਇੱਕ ਪੋਜ਼ਿਟਿਵ ਵੇ ਚ ਆਪਾਂ ਕਿਸੇ ਨੂੰ ਬਲੇਸਿੰਗਸ ਦੇ ਰਹੇ ਹਾਂ, ਮੀਨਸ ਵਿਸ਼ੇਸ ਲਈ ਆਪਾਂ ਕੀ ਯੂਜ਼ ਕਰ ਰਹੇ ਹਾਂ, ਮੇ, ਇਨ ਅ ਪੋਜ਼ਿਟਿਵ ਮੈਨਰ। ਠੀਕ ਹੈ, ਸੋ ਐਵੇਂ ਕਰਕੇ ਆਪਾਂ ਮੇ ਵਰਡ ਦਾ ਯੂਜ਼ ਵਿਸ਼ੇਸ ਲਈ, ਹੋਪਸ ਲਈ ਤੇ ਡਿਜ਼ਾਇਰਸ ਲਈ ਯੂਜ਼ ਕਰਦੇ ਹਾਂ। ਨੈਕਸਟ ਐਗਜ਼ਾਮਪਲ ਚ ਆਪਾਂ ਕਰਾਂਗੇ ਅਨਸਰਟਨਿਟੀ ਬਾਰੇ ਅਤੇ ਡਾਊਟ ਬਾਰੇ। ਠੀਕ ਹੈ, ਅਨਸਰਟਨਿਟੀ ਕੀ ਹੁੰਦੀ ਹੈ, ਅਨਿਸ਼ਚਿਤਤਾ, ਜੋ ਨਿਸ਼ਚਿਤ ਨਹੀਂ ਹੈ। ਠੀਕ ਹੈ, ਮੀਨਸ ਡਾਊਟ ਹੈ ਆਪਾਂ ਨੂੰ ਕਿਸੇ ਚੀਜ਼ ਨੂੰ ਲੈ ਕੇ। ਸੋ ਇਹਦੀ ਐਗਜ਼ਾਮਪਲ ਆਪਾਂ ਕਰਾਂਗੇ, I may have left my phone at home but I'm not sure, means ਹੋ ਸਕਦਾ ਹੈ ਕਿ ਮੈਂ ਆਪਣਾ ਫੋਨ ਘਰ ਛੱਡ ਦਿੱਤਾ ਹੋਵੇ ਪਰ ਮੈਨੂੰ ਯਕੀਨ ਨਹੀਂ ਹੈ, ਮੀਨਸ ਡਾਊਟ ਹੈ, ਅਨਿਸ਼ਚਿਤਤਾ ਹੈ। ਠੀਕ ਹੈ, ਪੋਸਿਬਿਲਿਟੀ ਮੀਨਸ ਡਾਊਟ ਹੈ। Here a person is uncertain or have doubt about the phone's location, means ਇੱਥੇ ਜੋ ਪਰਸਨ ਹੈ ਉਹਨੂੰ ਪਤਾ ਨਹੀਂ ਹੈ ਪੱਕਾ ਕਿ ਉਹਦਾ ਫੋਨ ਘਰ ਹੈਵੀ ਹੈ ਜਾਂ ਕਿਤੇ ਹੋਰ ਹੈ। ਠੀਕ ਹੈ, ਮੀਨਸ ਉਹਨੂੰ ਡਾਊਟ ਹੈ। ਸੋ ਇਸ ਸਿਚੁਏਸ਼ਨ ਲਈ ਆਪਾਂ ਨੇ ਮੇ ਵਰਡ ਯੂਜ਼ ਕੀਤਾ ਹੈ। ਸੋ ਇਹਨਾਂ ਸਭ ਸਿਚੁਏਸ਼ਨਸ ਲਈ ਆਪਾਂ ਮੇ ਵਰਡ ਯੂਜ਼ ਕਰਾਂਗੇ। ਤੇ ਨੈਕਸਟ ਆਪਾਂ ਕਰਾਂਗੇ ਕਿ ਮਾਈਟ ਕਿੱਥੇ ਕਿੱਥੇ ਯੂਜ਼ ਹੋਊਗਾ, ਕਿਸ ਕਿਸ ਸਿਚੁਏਸ਼ਨ ਚ ਯੂਜ਼ ਹੋਊਗਾ। ਫਾਈਨ, ਹੁਣ ਸਟਾਰਟ ਕਰਾਂਗੇ ਆਪਾਂ ਯੂਸੇਜ ਆਫ ਮਾਈਟ, ਯੂਸੇਜ ਐਂਡ ਡਿਫਰੈਂਸ ਆਫ ਦ ਵਰਡ ਮਾਈਟ। ਮਾਈਟ ਵਰਡ ਹੈ ਜੋ ਉਹ ਇੰਡੀਕੇਟ ਕਰਦਾ ਹੈ ਅ ਪੋਸਿਬਿਲਿਟੀ ਬਟ ਆਫਨ ਅ ਸਲਾਈਟਲੀ ਲੋਅਰ ਪ੍ਰੋਬੇਬਿਲਿਟੀ ਐਜ਼ ਕੰਪੇਅਰ ਟੂ ਮੇ, ਮੀਨਸ ਇੱਕ ਸੰਭਾਵਨਾ ਨੂੰ ਦਰਸਾਉਂਦਾ ਹੈ ਇਹ, ਪਰ ਅਕਸਰ ਮੇ ਦੇ ਮੁਕਾਬਲੇ ਥੋੜੀ ਘੱਟ ਪੋਸਿਬਿਲਿਟੀ। ਠੀਕ ਹੈ, ਮੀਨਸ ਉਹੀ ਨੈਗੇਟਿਵ ਮੈਨਰ ਚ। ਸੈਕਿੰਡ ਵਨ, might can be used to make polite suggestions or requests, might word ਨੂੰ ਵੀ ਆਪਾਂ polite suggestions ਤੇ requests ਲਈ use ਕਰ ਸਕਦੇ ਹਾਂ। ਨੰਬਰ 3,
It is often used in condition sentences to convey hypothetical situations. Means ਅਕਸਰ might word ਹੈ ਜੋ ਉਹ condition sentences ਦੇ ਵਿੱਚ use ਹੁੰਦਾ ਹੈ ਕਿਸ ਚੀਜ਼ ਨੂੰ convey ਕਰਨ ਲਈ represent ਕਰਨ ਲਈ hypothetical situations. hypothetical situations ਹੁੰਦੀਆਂ ਕਾਲਪਨਿਕ ਸਥਿਤੀਆਂ ਠੀਕ ਹੈ means ਜੋ false ਹੈ ਜੋ ਸਿਰਫ ਕਲਪਨਾ ਦੇ ਵਿੱਚ ਹੀ ਨੇ true ਨਹੀਂ ਹੈਗੀਆਂ. Last ਹੈ it can be used to express past possibilities that didn't happen. Means might word ਦੀ ਵਰਤੋਂ ਹੋਰ ਵੀ ਕਿੱਥੇ ਕਰ ਸਕਦੇ ਆ ਪਿਛਲੀਆਂ ਸੰਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਜੋ ਕਿ ਹੁਣ ਤੱਕ ਵਾਪਰੀਆਂ ਹੀ ਨਹੀਂ ਠੀਕ ਹੈ ਜੋ ਕਦੇ ਵਾਪਰੀਆਂ ਹੀ ਨਹੀਂ ਉਹਨਾਂ ਸੰਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਨ ਲਈ ਵੀ ਆਪਾਂ might word ਦਾ ਯੂਜ਼ ਕਰਾਂਗੇ. ਸੋ ਹੁਣ ਇਹਨਾਂ ਨੂੰ one by one ਆਪਾਂ ਐਗਜ਼ਾਮਪਲਸ ਨਾਲ ਕਰਾਂਗੇ ਅੱਗੇ. ਸੋ might ਦੀ ਫਰਸਟ ਐਗਜ਼ਾਮਪਲ ਆਪਾਂ ਕਰਾਂਗੇ possible but less certain. ठीक है कोई चीज पॉसिबल है बट निश्चित नहीं है ठीक है घट निश्चित है मीन्स सेंटेंस देखो वहां she might come to the meeting later depending on her schedule means ਉਹ ਆਪਣੇ ਕੰਮ ਦੇ ਆਧਾਰ ਤੇ ਬਾਅਦ ਵਿੱਚ ਮੀਟਿੰਗ ਵਿੱਚ ਆ ਸਕਦੀ ਹੈ. ਇਸ ਕੇਸ ਵਿੱਚ in this case the person's attendance at the meeting is possible. ਕਹਿੰਦੇ ਇਸ ਕੇਸ ਦੇ ਵਿੱਚ ਜੋ ਪਰਸਨ ਹੈ ਠੀਕ ਹੈ ਜੋ she ਹੈ ਲੜਕੀ ਹੈ ਉਹਦੀ ਜੋ ਅਟੈਂਡੈਂਸ ਹੈ ਮੀਟਿੰਗ ਦੇ ਵਿੱਚ ਆਉਣ ਦੀ ਸੰਭਾਵਨਾ ਉਹ ਪੋਸੀਬਲ ਹੈ ਬਟ ਲੈਸ ਸਰਟਨ ਹੈ ਮੀਨਸ ਨਿਸ਼ਚਿਤ ਨਹੀਂ ਹੈ ਪੱਕਾ ਨਹੀਂ ਹੈ ਸੋ ਇੱਕ ਨੈਗੇਟਿਵ ਮੈਨਰ ਹੈ. ਸੋ ਨੈਗੇਟਿਵ ਮੈਨਰ ਲਈ ਆਪਾਂ ਨੇ ਇੱਥੇ ਮਾਈਟ ਵਰਡ ਦਾ ਯੂਜ਼ ਕੀਤਾ ਹੈ ਜਿੱਥੇ ਕਿ ਆਪਾਂ ਨੂੰ ਲੈਸ ਪੋਸੀਬਿਲਿਟੀ ਹੈ ਲੈਸ ਸਰਟੇਨਿਟੀ ਹੈ. ਓਕੇ ਨੈਕਸਟ ਐਗਜ਼ਾਮਪਲ ਦੇ ਵਿੱਚ ਆਪਾਂ ਕਰਾਂਗੇ ਪੋਲਾਈਟ ਸੁਜੈਸ਼ਨਸ ਔਰ ਰਿਕੁਐਸਟਸ. ਮੀਨਸ ਮਾਈਟ ਦਾ ਯੂਜ਼ ਪੋਲਾਈਟ ਸੁਜੈਸ਼ਨ ਤੇ ਰਿਕੁਐਸਟ ਦੇ ਵਿੱਚ ਕਿਵੇਂ ਹੋ ਸਕਦਾ ਹੈ. Okay, sentence देखो वहाँ you might find it helpful to break down the task into smaller steps for better organization. Means ਤੁਹਾਨੂੰ ਬਿਹਤਰ organization ਲਈ ਕੰਮ ਨੂੰ ਛੋਟੇ-ਛੋਟੇ steps ਦੇ ਵਿੱਚ ਵੰਡਣਾ helpful ਲੱਗ ਸਕਦਾ ਹੈ. So ਇਸ case ਵਿੱਚ in this case the speaker is offering an advice. ਜਿਹੜਾ speaker ਹੈ ਠੀਕ ਹੈ ਇੱਕ person ਹੈ ਉਹ advice offer ਕਰ ਰਿਹਾ ਹੈ ਠੀਕ ਹੈ ਸਲਾਹ ਦੇ ਰਿਹਾ ਇੱਕ ਜਾਂ ਫਿਰ ਇੱਕ suggestion ਦੇ ਰਿਹਾ ਹੈ to the listener means ਜਿਹੜੇ person ਨੂੰ ਸਲਾਹ ਦੇ ਰਿਹਾ ਉਹ without being forceful means ਉਹਨੂੰ ਕੋਈ ਧੱਕੇ ਨਾਲ ਨਹੀਂ ਕਹਿ ਰਿਹਾ ਵੀ ਹਾਂ ਤੂੰ ਐਵੇਂ ਕਰ but ਉਹਨੂੰ ਇੱਕ just polite suggestion ਹੈ ਉਹਦੇ ਲਈ ਇੱਕ polite advice ਹੈ. so might is used because listener ਹੈ ਜੋ ਸੁਣ ਰਿਹਾ ਹੈ has the freedom ਉਹਨੂੰ ਆਜ਼ਾਦੀ ਹੈ ਉਹਦੇ ਤੇ ਕੋਈ ਦਬਾਅ ਨਹੀਂ ਹੈਗਾ to choose whether or not to follow the advice. ਮੀਨਸ ਉਹਨੂੰ ਐਡਵਾਈਸ ਦਿੱਤੀ ਜਾ ਰਹੀ ਹੈ ਬਟ ਉਹਨੂੰ ਫਰੀडम ਹੈ ਚੂਜ਼ ਕਰਨ ਲਈ ਕਿ ਉਹਨੇ ਐਡਵਾਈਸ ਮੰਨਣੀ ਹੈ ਜਾਂ ਨਹੀਂ ਮੰਨਣੀ. ਸੋ ਮੀਨਸ ਇੱਕ ਪੋਜ਼ਿਟਿਵ ਵੇ ਚ ਨਹੀਂ ਕਿਹਾ ਹੋਇਆ ਇੱਕ ਨੈਗੇਟਿਵ ਵੇ ਦੇ ਵਿੱਚ ਐਡਵਾਈਸ ਦਿੱਤੀ ਹੋਈ ਹੈ. ਨੈਗੇਟਿਵ ਵੇ ਕਿਉਂ ਹੈ ਕਿਉਂਕਿ ਸਲਾਹ ਮੰਨਣਾ ਨਹੀਂ ਮੰਨਣਾ ਜੋ ਹੈ ਉਹ ਲਿਸਨਰ ਦੀ ਮਰਜ਼ੀ ਹੈ ਠੀਕ ਹੈ. ਸੋ ਇਹ ਹੋ ਸਕਦਾ ਕਿ ਉਹ ਉਹਦੀ ਐਡਵਾਈਸ ਨਾ ਵੀ ਮੰਨੇ ਠੀਕ ਹੈ ਬਟ ਉਹਨੇ ਇੱਕ ਪੋਲਾਈਟ ਵੇ ਦੇ ਵਿੱਚ ਐਡਵਾਈਸ ਦਿੱਤੀ ਹੈ. ਸੋ ਇਹਦੇ ਲਈ ਆਪਾਂ might word use ਕੀਤਾ ਇੱਥੇ. Next example is about hypothetical situation. Hypothetical situation ਕਿਹੜੀ ਸੀ ਕਾਲਪਨਿਕ situation ਠੀਕ ਹੈ ਕਾਲਪਨਿਕ situation ਜੋ ਕਿ false ਹੈ true ਨਹੀਂ ਹੈ ਠੀਕ ਹੈ means just ਕਲਪਨਾ ਹੀ ਹੈ. See the example if I had more time I might consider taking up a new hobby. ਕਹਿੰਦੇ ਜੇ ਮੇਰੇ ਕੋਲ ਹੋਰ ਸਮਾਂ ਹੁੰਦਾ ਤਾਂ ਮੈਂ ਇੱਕ ਨਵਾਂ ਸ਼ੌਂਕ ਅਪਣਾਉਣ ਬਾਰੇ ਸੋਚ ਸਕਦੀ ਸੀ. ਸੋ ਇਸ ਕੇਸ ਦੇ ਵਿੱਚ ਮਾਈਟ ਵਰਡ ਯੂਜ਼ ਹੋਇਆ ਹੈ ਟੂ ਡਿਸਕਸ ਅਨਰੀਅਲ ਸਿਚੁਏਸ਼ਨ ਮੀਨਸ ਇੱਕ ਸਿਚੁਏਸ਼ਨ ਜੋ ਹੈ ਹੀ ਨਹੀਂ ਹਜੇ ਠੀਕ ਹੈ ਅਨਰੀਅਲ ਹੈ ਜੋ ਸੱਚ ਨਹੀਂ ਹੈਗੀ ਬਟ ਜਸਟ ਕਲਪਨਾ ਹੀ ਹੈ ਕਿ ਸ਼ਾਇਦ ਆਪਾਂ ਕਹਿੰਦੇ ਆ ਜੇ ਐਵੇਂ ਹੁੰਦਾ ਹਨਾ ਇਹ ਹੋ ਸਕਦਾ ਸੀ. ਸੋ ਉਹ ਸਿਚੁਏਸ਼ਨ ਕੀ ਹੁੰਦੀ ਹੈ ਆਪਣੀ ਹਾਈਪੋਥੈਟੀਕਲ ਸਿਚੁਏਸ਼ਨ. ਸੋ ਇੱਥੇ ਆਪਾਂ ਮਾਈਟ ਵਰਡ ਇਸ ਲਈ ਯੂਜ਼ ਕੀਤਾ ਹੈ ਕਿਉਂਕਿ ਇਹ ਅਨਰੀਅਲ ਸਿਚੁਏਸ਼ਨ ਹੈ ਹੋ ਸਕਦਾ ਹੋਵੇ ਤੇ ਹੋ ਸਕਦਾ ਨਾ ਵੀ ਹੋਵੇ ਠੀਕ ਹੈ ਦੋਨੋਂ ਸੰਭਾਵਨਾਵਾਂ ਨੇ ਬਟ ਜੋ ਮੇ ਵਰਡ ਹੈ ਉਹ ਸਿਰਫ ਸੰਭਾਵਨਾ ਲਈ ਲੱਗਦਾ ਹੈ ਵੀ ਹਾਂਜੀ ਹੋਊਗਾ ਹੀ ਹੋਊਗਾ ਹਨਾ. ਸੋ ਇਹ ਫਰਕ ਹੈ ਆਪਣਾ ਇੱਥੇ ਵੀ ਮਾਈਟ ਤੇ ਮੇ ਦੇ ਵਿੱਚ. ਨੈਕਸਟ ਐਗਜ਼ਾਮਪਲ ਆਪਾਂ ਕਰਾਂਗੇ ਪਾਸਟ ਪੋਸੀਬਿਲਿਟੀਜ਼ ਬਾਰੇ that didn't happen means ਪਿਛਲੀਆਂ ਸੰਭਾਵਨਾਵਾਂ ਜੋ ਨਹੀਂ ਹੋਈਆਂ. ਫਾਈਨ ਸਟਾਰਟ ਕਰਦੇ ਹਾਂ. I thought I might go to the concert but I changed my mind. I thought I might go to the concert but I changed my mind means ਮੈਂ ਸੋਚਿਆ ਕਿ ਮੈਂ ਸੰਗੀਤ ਸਮਾਰੋਹ ਵਿੱਚ ਜਾ ਸਕਦੀ ਹਾਂ ਪਰ ਮੈਂ ਆਪਣਾ ਮਨ ਬਦਲ ਲਿਆ ਠੀਕ ਹੈ. ਸੋ ਇੱਕ ਨੈਗੇਟਿਵ ਸਿਚੁਏਸ਼ਨ ਆ ਗਈ ਆਪਣਾ ਮਨ ਬਦਲ ਲਿਆ. ਸੋ ਇੱਥੇ ਪਾਸਟ ਪੋਸੀਬਿਲਿਟੀ ਕੀ ਸੀ ਕਿ ਮੈਂ ਕੰਸਰਟ ਦੇ ਵਿੱਚ ਜਾ ਸਕਦੀ ਸੀ ਸੰਗੀਤ ਸਮਾਰੋਹ ਦੇ ਵਿੱਚ ਜਾ ਸਕਦੀ ਸੀ ਠੀਕ ਹੈ
बट नहीं होया है ना वो, क्योंकि मैं अपना माइंड बदल लिया, आई चेंज्ड माई माइंड। सो पास्ट पॉसिबिलिटीज दैट डिडंट हैपन, इस सेंटेंस ਦੇ ਵਿੱਚ ਇਹੀ ਸੇਮ ਗੱਲ ਹੋ ਰਹੀ ਹੈ ਕਿ ਪਾਸਟ ਪੋਸਿਬਿਲਿਟੀ ਸੀ ਜੋ ਨਹੀਂ ਹੋਈ। ਮੈਂ ਸੋਚਿਆ ਸੀ ਕਿ ਮੈਂ ਸੰਗੀਤ ਸਮਾਰੋਹ ਵਿੱਚ ਜਾ ਸਕਦੀ ਹਾਂ, ਪਰ ਆਪਣਾ ਮਨ ਮੈਂ ਬਦਲ ਲਿਆ। ਇਨ ਦਿਸ ਕੇਸ ਜਿਹੜਾ ਸਪੀਕਰ ਹੈ ਜੋ ਬੋਲ ਰਿਹਾ ਹੈ ਉਹ ਕੰਸੀਡਰ ਕਰ ਰਿਹਾ ਪੋਸਿਬਿਲਿਟੀ ਆਫ ਅਟੈਂਡਿੰਗ ਅ ਕੰਸਰਟ, ਮੀਨਸ ਪੋਸਿਬਿਲਿਟੀ ਸੀ ਕੰਸਰਟ ਨੂੰ ਅਟੈਂਡ ਕਰਨ ਦੀ, ਬਟ ਉਹਨੇ ਡਿਸਾਈਡ ਕਰਤਾ ਉਸ ਤੋਂ ਅਗੇਂਸਟ, ਠੀਕ ਹੈ, ਮੀਨਸ ਆਪੋਜ਼ਿਟ ਚਲਾ ਗਿਆ, ਇੱਕ ਨੈਗੇਟਿਵ ਸਿਚੁਏਸ਼ਨ ਬਣ ਗਈ। ਸੋ ਇਸ ਜਗ੍ਹਾ ਲਈ ਆਪਾਂ ਕੀਵਰਡ ਯੂਜ਼ ਕੀਤਾ ਮਾਈਟ। ਕਲੀਅਰ ਸਾਰਿਆਂ ਨੂੰ? ਸੋ ਇਹਨਾਂ ਸਬ ਸਿਚੁਏਸ਼ਨਸ ਲਈ ਆਪਾਂ ਮਾਈਟ ਵਰਡ ਨੂੰ ਯੂਜ਼ ਕਰਾਂਗੇ। ਸੋ ਇਹਨਾਂ ਸਬ ਸਿਚੁਏਸ਼ਨਸ ਲਈ ਆਪਾਂ ਮਾਈਟ ਵਰਡ ਨੂੰ ਯੂਜ਼ ਕਰਾਂਗੇ। use of might word for possibility but lower probability, for polite suggestions, for hypothetical situations, for past possibilities that didn't happen. Fine। ਤੇ ਹੁਣ ਆਪਾਂ ਕਰਾਂਗੇ must। must ਦਾ use ਕਿਵੇਂ ਹੋਊਗਾ? Okay, now we will do the use of must। must ਦਾ ਕੀ use ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ? ਮਸਟ ਵਰਡ ਹੈ ਜਿਹੜਾ ਉਹ ਇੰਡੀਕੇਟ ਕਰਦਾ ਹੈ ਅ ਸਟਰੋਂਗ ਨੈਸੈਸਿਟੀ, ਆਬਲੀਗੇਸ਼ਨ ਔਰ ਹਾਈ ਲੈਵਲ ਆਫ ਪ੍ਰੋਬੇਬਿਲਿਟੀ। ਨੈਸੈਸਿਟੀ ਕੀ ਹੁੰਦੀ ਹੈ? ਨੈਸੈਸਿਟੀ ਹੁੰਦੀ ਹੈ ਨੀਡ, ਜ਼ਰੂਰਤ, ਠੀਕ ਹੈ। ਆਬਲੀਗੇਸ਼ਨ ਹੁੰਦੀ ਹੈ ਜ਼ਿੰਮੇਵਾਰੀ, ਮੀਨਸ ਰਿਸਪੌਂਸਿਬਿਲਿਟੀ, ਰਿਸਪੌਂਸਿਬਿਲਿਟੀ। ਤੇ ਹਾਈ ਲੈਵਲ ਆਫ ਪ੍ਰੋਬੇਬਿਲਿਟੀ, ਪ੍ਰੋਬੇਬਿਲਿਟੀ ਹੋ ਗਈ ਆਪਣੀ ਸੰਭਾਵਨਾ। ਫਾਈਨ। must can convey logical conclusions based on evidence। evidence ਕੀ ਹੁੰਦਾ ਆਪਣਾ? ਸਬੂਤ। fine। must ਹੈ ਜਿਹੜਾ ਉਹ ਕਨਵੇ ਕਰਦਾ ਹੈ, ਮੀਨਸ ਦਰਸਾਉਂਦਾ ਹੈ ਲੌਜੀਕਲ ਕਨਕਲੂਜਨਸ ਨੂੰ ਜਿਹੜੇ ਕਿ ਬੇਸ ਹੁੰਦੇ ਆ ਕਿਸੇ ਸਬੂਤ ਉੱਤੇ। ਨੈਕਸਟ, must is used for prohibition। prohibition ਹੁੰਦੀ ਹੈ ਕੋਈ ਮਨਾਹੀ ਕਰਨਾ, ਠੀਕ ਹੈ, ਕਿਸੇ ਚੀਜ਼ ਲਈ ਰੋਕਣਾ। ਨੈਕਸਟ, must is used for assumptions। assumptions ਲਈ ਵੀ यूज ਹੁੰਦਾ ਹੈ must। assumptions ਕੀ ਹੁੰਦੀਆਂ ਨੇ? ਸੰਭਾਵਨਾਵਾਂ, ਠੀਕ ਹੈ, ਇੰਗਲਿਸ਼ beliefs ਵੀ ਕਹਿ ਦਿੰਦੇ ਆ, ਮੀਨਸ ਗੈਸ ਕਰਨਾ ਕੁਛ। must is used for recommendations। ਕੁਛ recommend ਕਰਨਾ, ਕੁਛ ਦੱਸਣਾ, ਉਸ ਲਈ ਵੀ must use ਹੁੰਦਾ ਹੈ। must can convey a sense of inevitability। inevitability means ਜੋ ਚੀਜ਼ ਆਪਾਂ ਇਗਨੋਰ ਨਹੀਂ ਕਰ ਸਕਦੇ, ਜੋ ਅਟੱਲ ਸੱਚਾਈ ਹੈ, ਹਨਾ, ਉਸਨੂੰ ਆਪਾਂ ਕਹਿੰਦੇ ਆ ਇਨਵਿਟੇਬਿਲਿਟੀ। ਹੁਣ ਆਪਾਂ ਵਨ ਬਾਏ ਵਨ ਇਹਨਾਂ ਸਭ ਨੂੰ ਇੱਕ ਇੱਕ ਦੋ ਦੋ ਐਗਜ਼ਾਮਪਲਸ ਨਾਲ ਕਲੀਅਰ ਕਰਾਂਗੇ, ਠੀਕ ਹੈ, ਕਿ ਮਸਟ ਹੈ ਜਿਹੜਾ ਉਹ ਜੋ ਮਸਟ ਹੈ ਉਹ ਅਸੰਪਸ਼ਨਸ ਲਈ ਕਿਵੇਂ ਯੂਜ਼ ਹੁੰਦਾ ਹੈ, ਰਿਕਮੈਂਡੇਸ਼ਨਸ ਲਈ ਕਿਵੇਂ ਯੂਜ਼ ਹੁੰਦਾ ਹੈ, ਇਨੋਵੇਟਿਬਿਲਿਟੀ ਦੀ ਸੈਂਸ ਲਈ ਕਿਵੇਂ ਯੂਜ਼ ਹੁੰਦਾ ਹੈ, ਠੀਕ ਹੈ, ਓਬਲੀਗੇਸ਼ਨਸ, ਲੌਜੀਕਲ ਕਨਕਲੂਜਨ, ਇਹ ਸਭ ਲਈ ਕਿਵੇਂ ਯੂਜ਼ ਹੁੰਦਾ ਹੈ। ਚਲੋ ਸਟਾਰਟ ਕਰਦੇ ਹਾਂ ਮਸਟ ਦਾ ਕਨਸੈਪਟ। ਸਭ ਤੋਂ ਪਹਿਲਾਂ ਮਸਟ ਦੇ ਵਿੱਚ ਆਪਾਂ ਕਰਾਂਗੇ ਨੈਸੈਸਿਟੀ ਤੇ ਓਬਲੀਗੇਸ਼ਨ, ਠੀਕ ਹੈ, ਨੀਡ ਤੇ ਜ਼ਿੰਮੇਵਾਰੀ, ਰਿਸਪੌਂਸਿਬਿਲਿਟੀ। You must wear a seat belt while driving। ਹਾਂਜੀ, ਹੁਣ ਜ਼ਰੂਰਤ ਵੀ ਹੈ ਸੀਟ ਬੈਲਟ ਪਾਉਣਾ ਤੇ ਰਿਸਪੌਂਸਿਬਿਲਿਟੀ ਵੀ ਹੈ ਇੱਕ, ਵੀ ਹਾਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸੀਟ ਬੈਲਟ ਪਾ ਕੇ ਹੀ ਜਾਣੀ ਹੈ ਜਦੋਂ ਵੀ ਡਰਾਈਵ ਕਰਨਾ ਹੈ, ਠੀਕ ਹੈ, ਸੀਟ ਬੈਲਟ ਲਗਾਣੀ ਹੀ ਲਗਾਣੀ ਹੈ। ਸੋ ਇੱਕ ਨੀਡ ਵੀ ਹੈ, ਜ਼ਰੂਰਤ ਵੀ ਹੈ। ਯੂ ਮਸਟ ਲੱਗੇ ਹੈ ਕਿਉਂਕਿ ਇੱਥੇ ਪੱਕਾ ਹੈ 200% ਪਾਣੀ ਹੀ ਪਾਣੀ ਹੈ ਸੀਟ ਬੈਲਟ। You must wear a seat belt while driving। Next ਦੇਖੋ, students must submit their assignments by the deadline। ਠੀਕ ਹੈ, ਮੀਨਸ ਵਿਦਿਆਰਥੀਆਂ ਨੂੰ, ਸਟੂਡੈਂਟਸ ਨੂੰ ਆਖਰੀ ਡੇਟ ਤੱਕ, ਆਖਰੀ ਮਿਤੀ ਤੱਕ ਆਪਣੀ ਅਸਾਈਨਮੈਂਟਸ ਜਮ੍ਹਾਂ ਕਰਾਉਣੇ ਚਾਹੀਦੇ ਹਨ, ਮੀਨਸ ਉਹਨਾਂ ਨੂੰ ਕਰਾਉਣੇ ਪੈਣਗੇ ਹੀ। ਫਾਈਨ, ਠੀਕ ਹੈ, ਤਾਂ ਇੱਥੇ ਵੀ ਆਪਣਾ ਮਸਟ ਲੱਗਿਆ ਕਿਉਂਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਕਲੀਅਰ? ਇੱਥੇ ਆਪਾਂ ਕਹਿ ਸਕਦੇ ਵੀ ਨੀਡ ਦੀ ਗੱਲ ਹੈ ਤੇ ਸੈਕਿੰਡ ਚ ਰਿਸਪੌਂਸਿਬਿਲਿਟੀ। ਇਨ ਦਿਸ ਕੇਸ ਮਸਟ ਇਜ਼ ਯੂਜ਼ਡ ਟੂ ਸ਼ੋ ਨੈਸੈਸਿਟੀ ਐਂਡ ਓਬਲੀਗੇਸ਼ਨ। ਨੈਕਸਟ ਹੈਗਾ ਆਪਣਾ ਮਸਟ ਦਾ ਯੂਜ਼ ਕਿੱਥੇ ਹੁੰਦਾ ਹੈ? ਟੂ ਕਨਵੇ ਲੌਜੀਕਲ ਕਨਕਲੂਜਨਸ ਬੇਸਡ ਔਨ ਐਵੀਡੈਂਸ। ਜਿਵੇਂ ਕਿ ਐਗਜ਼ਾਮਪਲ ਦੇਖੋ, the road is blocked so there must be an accident up ahead। means ਸੜਕ ਬੰਦ ਹੈ ਇਸ ਲਈ ਅੱਗੇ ਮੇਬੀ ਹਨਾ ਕੋਈ ਹੋ ਸਕਦਾ ਕੋਈ ਹਾਦਸਾ ਹੋਇਆ ਹੋਵੇ। ਮੀਨਸ ਸੜਕ ਬੰਦ ਹੈ ਇਸ ਲਈ ਅੱਗੇ ਕੋਈ ਹਾਦਸਾ ਹੋਣਾ ਚਾਹੀਦਾ ਹੈ, ਠੀਕ ਹੈ, ਮੀਨਸ ਕੁਛ ਨਾ ਕੁਛ ਹੋਇਆ ਹੈ ਅੱਗੇ, ਅੰਜੰਪਸ਼ਨ ਹੈ ਇੱਕ, ਮੀਨਸ ਕੁਛ ਨਾ ਕੁਛ ਹੋਇਆ ਅੱਗੇ, ਲੌਜੀਕਲ ਕਨਕਲੂਜਨ ਕੱਢੇ ਹੈ ਤੇ ਸਬੂਤ ਕੀ ਹੈ ਕਿ ਹਾਂਜੀ ਟ੍ਰੈਫਿਕ ਹੈ, ਰੋਡ ਬਲੌਕ ਹੈ। ਸੋ ਇਸ ਸਬੂਤ ਦੇ ਬੇਸ ਤੇ ਕੀ ਲੌਜੀਕਲ ਕਨਕਲੂਜਨ ਕੱਢੇ ਹੈ ਕਿ ਹਾਂਜੀ ਰੋਡ ਬਲੌਕ ਹੈ, ਇਸ ਕਰਕੇ ਹੋ ਸਕਦਾ ਅੱਗੇ
accident ਹੋਇਆ ਹੋਇਆ ਅੱਗੇ fine so in this case must is used to convey logical conclusion based on the evidence so ਐਵੇਂ ਦੀ ਸਿਚੁਏਸ਼ਨ ਦੇ ਵਿੱਚ ਵੀ ਆਪਾਂ must word use ਕਰਾਂਗੇ ਜਿੱਥੇ ਆਪਾਂ ਨੂੰ ਐਵੀਡੈਂਸ ਹੈ ਆਪਣੇ ਕੋਲ ਤੇ ਆਪਾਂ ਉਹਦੇ ਬੇਸ ਤੇ ਕੋਈ ਲੌਜੀਕਲ ਕਨਕਲੂਜਨ ਕੱਢ ਰਹੇ ਹਾਂ ਨੈਕਸਟ ਹੈ ਆਪਣਾ ਪ੍ਰੋਹਿਬਿਸ਼ਨ ਕੀ ਹੁੰਦੀ ਹੈ ਪ੍ਰੋਹਿਬਿਸ਼ਨ ਮੀਨਸ ਕੁਝ ਬੈਨ ਲੱਗਣਾ ਹਨਾ ਤੁਹਾਨੂੰ ਦੱਸਿਆ ਸੀ ਕਿ ਮਨਾਹੀ ਹੋਣੀ ਸਟਾਪ ਲੱਗਣਾ ਕਿਸੇ ਚੀਜ਼ ਤੇ You must not smoke in this area means ਤੁਹਾਨੂੰ ਇਸ ਏਰੀਆ ਵਿੱਚ ਸਿਗਰਟ ਨਹੀਂ ਪੀਣੀ ਚਾਹੀਦੀ ਕਿਉਂਕਿ ਪ੍ਰੋਹਿਬਿਸ਼ਨ ਹੈ ਮਨਾਹੀ ਹੈ ਬੈਨ ਹੈ ਲਿਖਿਆ ਹੁੰਦਾ ਕਈ ਦੀਵਾਰਾਂ ਦੇ ਉੱਤੇ ਵੀ ਕਿ ਸਮੋਕਿੰਗ ਹੈ ਜਿਹੜੀ ਉਹ ਰਿਸਟ੍ਰਿਕਟ ਹੈ ਇੱਥੇ ਮਨਾਹੀ ਹੈ ਸਮੋਕਿੰਗ ਕਰਨ ਦੀ ਪ੍ਰੋਹਿਬਿਸ਼ਨ ਹੈ ਸੋ ਇਨ ਦਿਸ ਕੇਸ ਮਸਟ ਵਰਡ ਹੈ ਜਿਹੜਾ ਉਹ ਯੂਜ਼ ਹੋਇਆ ਟੂ ਸ਼ੋ ਅ ਪ੍ਰੋਹਿਬਿਸ਼ਨ ਇੱਕ ਮਨਾਹੀ ਸ਼ੋ ਕਰਨ ਲਈ ਯੂਜ਼ ਹੋਇਆ ਮੀਨਸ ਬਿਲਕੁਲ ਵੀ ਨਹੀਂ ਤੁਸੀਂ ਇੱਥੇ ਸਮੋਕਿੰਗ ਕਰ ਸਕਦੇ ਇਸ ਏਰੀਆ ਦੇ ਵਿੱਚ ਮਨਾਹੀ ਹੈ ਬਿਲਕੁਲ ਨੈਕਸਟ ਐਗਜ਼ਾਮਪਲ ਕਰਾਂਗੇ ਆਪਾਂ ਅਜ਼ੰਪਸ਼ਨਸ ਤੇ ਕਾਹਦੇ ਤੇ ਅਜ਼ੰਪਸ਼ਨਸ ਐਗਜ਼ਾਮਪਲ ਦੇਖੋ she is wearing a white coat she must be a doctor means ਉਸਨੇ ਇੱਕ ਚਿੱਟਾ ਕੋਟ ਪਾਇਆ ਹੋਇਆ ਹੈ ਇੱਕ ਵਾਈਟ ਕੋਟ ਪਾਇਆ ਹੈ ਉਸਨੂੰ ਡਾਕਟਰ ਹੋਣਾ ਚਾਹੀਦਾ ਹੈ ਹਨਾ ਮੀਨਸ ਇੱਕ ਥਾਟ ਹੈ ਮਨ ਚ in this case must is used to show an assumption the assumption about her profession is drawn from her attire ਹੁੰਦਾ ਹੈ dress ਠੀਕ ਹੈ ਜੋ ਉਹਨੇ ਪਾਈ ਹੈ ਕਹਿੰਦੇ ਇਸ ਸੈਂਟੈਂਸ ਦੇ ਵਿੱਚ assumption ਲੱਗੀ ਹੈ ਠੀਕ ਹੈ ਇੱਕ ਥਾਟ ਆਇਆ ਇੱਕ ਬਿਲੀਫ ਹੈ ਉਹਨਾਂ ਨੇ ਮੰਨਿਆ ਕਿ ਉਹਦਾ profession ਜਿਹੜਾ ਉਹ ਡਾਕਟਰ ਹੈ profession ਤੋਂ ਕਿਉਂਕਿ ਉਹਨੇ ਕੀ ਡਰੈਸ ਪਾਈ ਹੈ ਕੀ ਅਟਾਇਰ ਪਾਇਆ ਇੱਕ ਵਾਈਟ ਕੋਟ ਪਾਇਆ ਹੋਇਆ ਲਾਈਕ ਵਾਈਟ ਕੋਟ ਕਿਹਦੇ ਪਾਇਆ ਹੁੰਦਾ ਡਾਕਟਰਸ ਦੇ ਪਾਇਆ ਹੁੰਦਾ ਹਨਾ ਇਸ ਕਰਕੇ ਇੱਕ ਅਨੁਮਾਨ ਲਗਾਇਆ ਕਿ ਹਾਂਜੀ ਇਹਨੇ ਵਾਈਟ ਕੋਟ ਪਾਇਆ ਇਹ ਡਾਕਟਰ ਹੋਣੀ ਇੱਕ ਸੋ ਇੱਥੇ ਆਪਾਂ ਮਸਟ ਵਰਡ ਯੂਜ਼ ਕਰਾਂਗੇ ਨੈਕਸਟ ਐਗਜ਼ਾਮਪਲ ਕਰਾਂਗੇ ਆਪਾਂ ਰਿਲੇਟਡ ਟੂ ਰਿਕਮੈਂਡੇਸ਼ਨਸ ਸੁਝਾਵਾਂ ਬਾਰੇ ਠੀਕ ਹੈ ਯੂ ਮਸਟ ਰੀਡ ਦੈਟ ਬੁੱਕ ਇਟ ਇਜ਼ ਫੈਂਟੈਸਟਿਕ ਮੀਨਸ ਤੁਹਾਨੂੰ ਉਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਹੈ ਇਹ ਸ਼ਾਨਦਾਰ ਹੈ ਬੜੀ ਸ਼ਾਨਦਾਰ ਬੜੀ ਫੈਂਟੈਸਟਿਕ ਬੁੱਕ ਹੈ ਉਹ in this case must is used to show a recommendation ਇੱਕ recommendation ਹੈ ਇੱਕ ਸੁਝਾਵ ਹੈ ਕਿ ਤੁਹਾਨੂੰ ਉਹ ਬੁੱਕ ਪੜ੍ਹਨਾ ਚਾਹੀਦਾ ਹੈ ਉਸ ਬੁੱਕ ਨੂੰ ਕਿਉਂਕਿ ਉਹ ਇੱਕ ਫੈਂਟੈਸਟਿਕ ਬੁੱਕ ਹੈ ਸ਼ਾਨਦਾਰ ਬੁੱਕ ਹੈ it emphasizes the speaker's strong suggestion ਕਿਉਂਕਿ ਆ ਚੀਜ਼ speaker means ਜੋ ਬੰਦਾ ਕਹਿ ਰਿਹਾ ਹੈ ਉਹਦਾ strong suggestion show ਕਰ ਰਿਹਾ ਹੈ ਕਿ ਤੁਹਾਨੂੰ ਇਹ ਪੱਕਾ ਪੜ੍ਹਨੀ ਚਾਹੀਦੀ ਹੈ ਬੁੱਕ must read the book fine ਨੈਕਸਟ ਹੈਗਾ ਆਪਣਾ sense of inevitability ਇਹਨੂੰ ਪ੍ਰੋਨਾਉਂਸ ਕਰਾਂਗੇ inevitability means ਜੋ ਅਟਲ ਹੈ ਸਰਟੇਨ ਹੈ ਹੋਣਾ ਹੀ ਹੋਣਾ ਹੈ ਜਿਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ the sun has set so it must be getting dark outside the sun has set so it must be getting dark outside means ਸੂਰਜ ਡੁੱਬ ਗਿਆ ਹੈ ਇਸ ਲਈ ਬਾਹਰ ਹਨੇਰਾ ਹੋ ਰਿਹਾ ਹੋਣਾ ਚਾਹੀਦਾ ਹੈ ਹਨਾ ਕਿ ਬਾਹਰ ਸ਼ਾਇਦ ਹਨੇਰਾ ਹੋ ਗਿਆ ਹੋਊਗਾ ਹੁਣ ਕਿਉਂਕਿ ਸਨ ਡੁੱਬ ਗਿਆ ਸੂਰਜ ਡੁੱਬ ਗਿਆ ਹੈ ਸੋ ਮਸਟ ਕਿਉਂ ਲੱਗਿਆ ਹੈ ਕਿਉਂਕਿ ਇਹ ਤਾਂ ਅਟਲ ਸੱਚਾਈ ਹੈ ਕਿ ਜੇ ਹਨੇਰਾ ਹੋਇਆ ਹਨੇਰਾ ਕਿਉਂ ਹੋਇਆ ਬਾਹਰ ਸੂਰਜ ਨਹੀਂ ਹੈਗਾ ਤਾਂ ਹੀ ਹਨੇਰਾ ਹੋਊਗਾ fine so in this case must is used to show or convey ਦਰਸਾ ਰਿਹਾ ਹੈ ਇੱਕ sense of inevitability ਠੀਕ ਹੈ ਇੱਕ ਅਟਲ ਗੱਲ ਦੱਸ ਰਿਹਾ ਹੈ ਕਿਉਂਕਿ ਜਿਹੜੀ ਸਿਚੁਏਸ਼ਨ ਹੈ ਉਹ ਨੈਚੁਰਲੀ ਲੀਡ ਕਰ ਰਹੀ ਹੈ ਇੱਕ ਕਨਕਲੂਜਨ ਨੂੰ ਕਿਹੜੇ ਕਨਕਲੂਜਨ ਨੂੰ ਬਿਕਮਿੰਗ ਡਾਰਕ ਠੀਕ ਹੈ ਨੈਚੁਰਲੀ ਮੀਨਸ ਸੂਰਜ ਡੁੱਬ ਗਿਆ ਤਾਂ ਕਨਕਲੂਜਨ ਕੀ ਹੋਏਗਾ ਕਿ ਹਨੇਰਾ ਹੋ ਗਿਆ ਹੋਣਾ ਹਨਾ ਜੇ ਸੂਰਜ ਨਹੀਂ ਹੈਗਾ ਤਾਂ ਹਨੇਰਾ ਹੋਊਗਾ ਓਬਵੀਅਸਲੀ ਸੋ ਇਹ ਕੀ ਹੈ ਆਪਣੀ ਸੈਂਸ ਆਫ ਇਨੋਵੇਟਿਬਿਲਿਟੀ ਇੱਕ ਅਟਲ ਸੱਚਾਈ ਹੈ ਜਿਹਨੂੰ ਕਿ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਇਹਦੇ ਲਈ ਆਪਾਂ 100 ਤੋਂ ਵੀ ਵੱਧ 200% ਸ਼ੋਰ ਆ ਤੇ ਇਹਦੇ ਲਈ ਕੀ ਯੂਜ਼ ਹੋਇਆ ਆਪਣਾ ਵਰਡ ਮਸਟ ਸੋ ਇਹ ਸੀ ਕਨਸੈਪਟ ਆਪਣਾ ਮੇ ਮਾਈਟ ਅਤੇ ਮਸਟ ਨੂੰ ਲੈ ਕੇ ਹੋਪਫੁਲੀ ਤੁਹਾਨੂੰ ਇਹ ਤਿੰਨੋਂ ਵਰਡਸ ਪ੍ਰੋਪਰਲੀ ਯੂਜ਼ ਕਰਨੇ ਆ ਗਏ ਹੋਣਗੇ ਹੁਣ ਬਟ ਸਟਿਲ ਹਜੇ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਇਹਨਾਂ ਤਿੰਨਾਂ ਵਰਡਸ ਦੇ ਵਿੱਚ ਕਿਹਦੇ ਵਿੱਚ ਕਨਫਿਊਜ਼ਨ ਹੈ ਸਟਿਲ ਤੁਹਾਨੂੰ ਠੀਕ ਹੈ ਤਾਂ ਕਿ ਮੈਂ ਤੁਹਾਨੂੰ ਦੁਬਾਰਾ ਤੋਂ ਵੀਡੀਓ ਪ੍ਰੋਵਾਈਡ ਕਰ ਸਕਾਂ ਥੈਂਕ ਯੂ ਫॉर ਵਾਚਿੰਗ ਐਂਡ ਡੋਂਟ forget to hit the like button and those who haven't subscribed my channel please subscribe it now thank you bye bye